ਨਮਸਕਾਰ, ਸਤਿ ਸ਼੍ਰੀ ਅਕਾਲ। ਜਾਗੋ ਪੰਜਾਬੀ ਤੁਹਾਡਾ ਸਭ ਦਾ ਸਵਾਗਤ। ਅਸੀਂ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਦੇ ਸੰਗਤ ਟੀਵੀ ਦੇ ਨਾਜ਼ਰੀਨਾਂ ਦਾ ਵੀ ਸਵਾਗਤ ਕਰਦੇ ਹਾਂ। ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਪੰਜਾਬ ਦੇ ਹੀ ਅੰਗ ਰਹੇ ਨੇ। ਭਾਸ਼ਾ ਦੇ ਆਧਾਰਿਤ ਬਣੇ ਸੂਬਿਆਂ ਵੇਲੇ ਪੰਜਾਬ 'ਚੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਵੇਂ ਸੂਬੇ ਵਜੋਂ ਹੋਂਦ ਵਿੱਚ ਆਏ ਸਨ। ਇਸ ਵੇਲੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪੰਜਾਬੀ ਮਾਂ ਬੋਲੀ ਨੂੰ ਸੂਬੇ ਅੰਦਰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਹੋਇਆ ਹੈ। ਅੱਜ ਅਸੀਂ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਹਰਿਆਣਾ ਵਿੱਚ ਵੱਧ ਰਹੇ ਫੁੱਲ ਰਹੇ ਪੰਜਾਬੀ ਸਾਹਿਤ ਉੱਤੇ ਵਿਚਾਰ ਵਟਾਂਦਰਾ ਕਰਾਂਗੇ। ਇਸ ਮਸਲੇ ਉੱਤੇ ਅੱਜ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਡਾਇਰੈਕਟਰ ਸੁਖਚੈਨ ਸਿੰਘ ਭੰਡਾਰੀ। ਨਾਲ ਅਸੀਂ ਇਸ ਮਸਲੇ ਤੇ ਗੱਲਬਾਤ ਕਰਾਂਗੇ। ਭੰਡਾਰੀ ਜੀ, ਜੀ ਆਇਆਂ ਨੂੰ ਬਹੁਤ-ਬਹੁਤ ਸਵਾਗਤ ਜੀ ਤੁਹਾਡਾ ਜੀ। ਬਹੁਤ-ਬਹੁਤ ਮਿਹਰਬਾਨੀ ਜੀ। ਅਸਲੇ ਦਾ ਵਪਾਰੀ ਕਿਵੇਂ ਲਿਖਾਰੀ ਬਣਿਆ ਜੀ? ਹੱਥ 'ਚ ਬੰਦੂਕਾਂ, ਫਿਰ ਜਿਹੜੀ ਕੋਮਲ ਕਲਮ ਹੈਗੀ ਇਹ ਕਿਵੇਂ ਉਹ ਸਫ਼ਰ ਕੀਤਾ ਹੈਗਾ ਜੀ? ਸਭ ਤੋਂ ਪਹਿਲਾਂ ਤਾਂ ਮੈਂ ਡੇ ਐਂਡ ਨਾਈਟ ਸਟੂਡੀਓ ਵਿੱਚ ਆਉਣ ਲਈ, ਮੈਨੂੰ ਸੱਦਾ ਪੱਤਰ ਦੇਣ ਲਈ ਮੈਂ ਡੇ ਐਂਡ ਨਾਈਟ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ। ਇਹ ਜਿਹੜਾ ਤੁਸੀਂ ਸਵਾਲ ਕੀਤਾ ਬਹੁਤ ਹੀ ਢੁਕਵਾਂ, ਔਰ ਬਹੁਤ ਸਾਰੇ ਸਾਹਿਤਕਾਰ ਮਿੱਤਰ ਤੇ ਪੱਤਰਕਾਰ ਮੈਨੂੰ ਪੁੱਛਦੇ ਰਹਿੰਦੇ ਨੇ ਅਕਸਰ। ਬਿਲਕੁਲ ਜੀ। ਐਕਚੁਅਲੀ ਪਾਕਿਸਤਾਨ ਪਾਰਟੀਸ਼ਨ ਬਣਨ ਤੋਂ ਬਾਅਦ ਮੈਂ ਉਦੋਂ ਕੋਈ 3 ਸਾਲ ਦਾ ਸੀ ਅਤੇ ਅਸੀਂ ਹਿਸਾਰ ਆ ਕੇ, ਜਦੋਂ ਕਿ ਹਿਸਾਰ ਪੰਜਾਬ ਉਦੋਂ ਸਾਂਝਾ ਹੀ ਹੁੰਦਾ ਸੀ, ਹਰਿਆਣਾ ਦਾ ਉਹਦੇ ਵਿੱਚ ਹੀ ਹੁੰਦਾ ਸੀ, ਅਤੇ ਸੈਟਲ ਹੋਏ। ਉੱਥੇ ਮੈਨੂੰ ਜਿਹੜਾ ਬਚਪਨ ਦੇ ਵਿੱਚ ਹੀ ਮਾਹੌਲ ਮੇਰੀ ਮਾਂ ਤੋਂ ਮਿਲਿਆ, ਮੇਰੇ ਮਾਂ ਦਾ ਜਿਹੜਾ ਸ਼ਬਦ ਗਾਇਨ ਦਾ ਇੱਕ ਢੰਗ ਸੀਗਾ ਹਾਰਮੋਨੀਅਮ ਦੇ ਉੱਤੇ, ਉਹਨੇ ਮੈਨੂੰ ਬਚਪਨ ਤੋਂ ਲੈ ਕੇ ਅਤੇ 6ਵੀਂ 7ਵੀਂ ਤੱਕ ਮੈਂ ਪੜ੍ਹਦਾ ਸੀ, ਬੜਾ ਮੈਨੂੰ ਪ੍ਰਭਾਵਿਤ ਕੀਤਾ। ਤਾਂ ਮੈਂ ਆਪਣੀ ਉਹਨੇ ਮਾਂ ਦੇ ਨਾਲ ਹੀ ਗੁਰਦੁਆਰਾ ਸਾਹਿਬ ਹਿਸਾਰ, ਉੱਥੇ ਉਹਨਾਂ ਦੇ ਨਾਲ ਸ਼ਬਦ ਗਾਇਨ ਦੇ ਵਿੱਚ ਸਾਂਝਾ ਹੋਇਆ ਕਰਦਾ ਸੀ। ਠੀਕ ਹੈ ਜੀ। ਅਤੇ ਮੈਂ ਵੀ ਉਹਨਾਂ ਦੇ ਨਾਲ, ਮੇਰੀ ਮਾਂ ਦਾ ਗਲਾ ਬਹੁਤ ਹੀ ਨਿੱਘਾ ਔਰ ਸ਼ਬਦਾਂ ਦੇ ਪ੍ਰਤੀ ਬੜਾ ਸੋਝ ਭਰਿਆ ਹੁੰਦਾ ਸੀ। ਅਤੇ ਮੈਨੂੰ ਵੀ ਉੱਥੋਂ ਚੇਟਕ ਲੱਗੀ, ਜਿਉਂ-ਜਿਉਂ ਮੈਂ ਵੱਡਾ ਹੁੰਦਾ ਗਿਆ, ਕਿ ਮੈਂ ਗਾਉਣ ਦੇ ਨਾਲ ਕੁਝ ਹੋਰ ਸਾਹਿਤਕ ਕਾਰਜ ਵੀ ਕਰਾਂ। ਤੋ ਤੁਹਾਨੂੰ ਇਹ ਹੈਰਾਨੀ ਹੋਏਗੀ ਕਿ ਮੈਂ 6ਵੀਂ ਜਮਾਤ 1956 ਦੀ ਗੱਲ ਹੈ, ਸਭ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਚੰਦਾ ਮਾਮਾ ਦੇ ਉੱਤੇ ਇੱਕ ਜਿਹੜੀ ਹੈਗੀ ਹੈ ਪੰਜਾਬੀ ਦੀ ਨਜ਼ਮ ਲਿਖੀ, ਮੈਂ ਆਪਣੀ ਮਾਂ ਨੂੰ ਦਿਖਾਈ, ਉਹਨਾਂ ਮੈਨੂੰ ਸ਼ਾਬਾਸ਼ੀ ਦਿੱਤੀ, ਅਤੇ ਫਿਰ ਮੇਰਾ ਸਫ਼ਰ ਜਿਹੜਾ ਹੈ ਉਹ ਬਚਪਨ ਦੀਆਂ ਛੋਟੀਆਂ ਕਵਿਤਾਵਾਂ ਤੋਂ ਸ਼ੁਰੂ ਹੋਇਆ। ਅੱਛਾ, ਅਤੇ ਇਹ ਜਿਹੜੀ ਰਚਨਾ ਜਾਣੀ ਕਿ ਤੁਸੀਂ ਬਚਪਨ ਤੋਂ ਲਿਖੀ, ਤੁਹਾਡੀ ਮਾਤਾ ਦਾ ਬਹੁਤ ਰੋਲ ਰਿਹਾ ਹੈਗਾ ਜੀ ਇਹਦੇ ਵਿੱਚ। ਜੀ। ਚੰਦਾ ਮਾਮਾ 'ਤੇ ਲਿਖੀ ਹੈਗੀ ਜੀ। ਜੀ। ਇਹ ਤੁਹਾਡੀ ਸ਼ੁਰੂਆਤ ਸੀ ਕਿ ਬਚਪਨ ਜਿਹੜਾ ਸਕੂਲ ਜਦੋਂ ਤੁਸੀਂ ਪੜ੍ਹੇ ਹੈਗੇ, ਬਚਪਨ 'ਚ ਪ੍ਰਾਇਮਰੀ ਵਿੱਦਿਆ ਹਾਸਲ ਕੀਤੀ ਹੈਗੀ, ਉਸ ਤੋਂ ਜਿਹੜਾ ਲਿਖਣਾ ਸ਼ੁਰੂ ਕੀਤਾ ਹੈਗਾ ਕਿ ਮਾਸਟਰਾਂ ਦਾ ਜ਼ਿਆਦਾ ਯੋਗਦਾਨ ਰਿਹਾ ਹੈਗਾ ਕਿ ਮਾਤਾ ਦਾ? ਨਹੀਂ, ਉਹਦੇ 'ਚ ਮੇਰੀ ਮਾਂ ਦਾ ਸੀ, ਬੀਜੀ ਉਹਨਾਂ ਨੂੰ ਕਹਿੰਦੇ ਸੀ। ਹਾਂਜੀ ਹਾਂਜੀ। ਉਹ ਬੜੀ ਸਾਊ ਪ੍ਰਵਿਰਤੀ ਦੇ ਲੇਡੀ ਸਨ। ਉਹਨਾਂ ਦਾ ਮੇਰੇ ਟੀਚਰ ਨੇ ਮੈਨੂੰ ਅੱਜ ਤੱਕ, ਮੈਂ ਹੁਣ 68-69 ਸਾਲ ਦਾ ਹੋ ਗਿਆ, ਮੇਰੀ ਨਿੱਜੀ ਆਪਣੀ ਟੇਬਲ ਦੇ ਉੱਤੇ ਬਹਿ ਕੇ, ਔਰ ਜਿੱਲੇ ਮੈਂ ਕਾਲਜ ਤੱਕ ਪਹੁੰਚਿਆ 1960-61 ਦੇ ਵਿੱਚ, ਉਦੋਂ ਮੇਰਾ ਮਾਂ ਵਾਲਾ ਪ੍ਰਭਾਵ ਹਟ ਗਿਆ ਸੀ। ਮੈਂ ਨਿੱਜੀ ਤੌਰ 'ਤੇ ਆਪਣਾ ਜਿਹੜਾ ਲੇਖਣ ਵੱਲ ਸ਼ੁਰੂ ਹੋਇਆ, ਔਰ ਮੇਰੀ ਪਹਿਲੀ ਕਹਾਣੀ ਜਿਹੜੀ ਹੈ ਉਹ 1958 ਵਿੱਚ ਹਿੰਦੀ ਦੇ ਵਿੱਚ ਛਪੀ ਸੀ। ਉਹ ਸੜਕ ਉਦਾਸ ਸੀ। ਉਹਨੇ ਮੈਨੂੰ ਬੜੀ ਜਿਹੜੀ ਹੈ ਸਾਹਿਤ ਖੇਤਰ ਦੇ ਵਿੱਚ ਬੜਾ ਨਾਮਣਾ ਦਿੱਤਾ। ਫਿਰ ਮੇਰੀ ਕਲਮ ਅੱਜ ਤੱਕ ਉਹ ਟੁਰੀ ਜਾ ਰਹੀ ਹੈ, ਔਰ ਮੈਂ ਆਪਣੇ ਤੌਰ 'ਤੇ ਹੀ ਮੈਂ ਪੜ੍ਹਿਆ ਬਹੁਤ ਹਾਂ ਕਿਤਾਬਾਂ। ਮੇਰੇ ਖਿਆਲ ਮੈਂ ਪੰਜਾਬੀ ਔਰ ਹਿੰਦੀ ਸਾਹਿਤ ਦੀ ਸ਼ਾਇਦ ਹੀ ਕੋਈ ਵੱਡਾ ਰਾਈਟਰ ਹੋਇਆ ਜਿਹਨੂੰ ਮੈਂ ਨਾ ਪੜ੍ਹਿਆ ਹੋਵੇ। ਉਹਦੇ ਨਾਲ ਮੈਨੂੰ ਸਾਰ ਸਾਹਿਬ ਬੜੀ ਰੌਸ਼ਨੀ ਮਿਲੀ, ਔਰ ਉਸ ਰੌਸ਼ਨੀ ਦਾ ਪ੍ਰਭਾਵ ਹੋਇਆ ਕਿ ਅੱਜ ਤੱਕ ਮੇਰੀ ਲੇਖਣੀ ਜਾਰੀ ਹੈ, ਔਰ ਮੈਂ ਆਪਣੇ ਵਕਤ ਨੂੰ ਜਿਹੜਾ ਹੈ ਆਪਣੀ ਕਲਮ ਦੇ ਅੰਗ ਸੰਗ ਕਰਕੇ ਟੁਰਦਾ। ਅੱਛਾ ਭੰਡਾਰੀ ਸਾਹਿਬ, ਇੱਕ ਵਾਰ ਤੁਸੀਂ ਕੋਈ 2 ਦਰਜਨ ਦੇ ਕਰੀਬ ਕਿਤਾਬਾਂ ਲਿਖ ਚੁੱਕੇ ਹੋ। ਉਹਦੇ 'ਚ ਤੁਸੀਂ ਕਾਵਿ ਵੀ ਲਿਖਿਆ, ਬਾਲ ਵੀ ਲਿਖਿਆ, ਕਹਾਣੀ ਵੀ ਲਿਖੀ, ਨਾਟਕ ਵੀ ਲਿਖੇ ਹੈਗੇ ਹੈ ਨਾ ਜੀ? ਜੀ। ਇਹ ਸਾਰੇ ਸਮੇਂ ਦੇ ਹਾਣੀ ਸੀ ਸਾਰੇ ਤੁਹਾਡੀ ਲਿਖਤ ਜੀ? ਇਹ ਬਿਲਕੁਲ ਜੀ। ਔਰ ਮੇਰੀ ਰਚਨਾਵਾਂ ਜਿੰਨੀਆਂ ਵੀ ਮੇਰੀਆਂ ਵਿਧਾਵਾਂ ਨੇ, ਮੈਂ ਸੜਕ ਦੇ ਆਦਮੀ ਤੋਂ ਲੈ ਕੇ ਤੇ ਵੱਡੀਆਂ ਬਿਲਡਿੰਗਾਂ ਦੇ ਕਰੈਕਟਰ ਵੀ ਮੇਰੇ ਰਚਨਾਵਾਂ ਦੇ ਵਿੱਚ ਮਿਲੇ। ਔਰ ਤੁਹਾਨੂੰ ਹੈਰਾਨੀ ਹੋਏਗੀ ਕਿ ਮੇਰਾ ਬਹੁਤਾ ਖੇਤਰ ਜਿਹੜਾ ਹੈ ਪੰਜਾਬੀ ਨਾਟਕ ਦਾ ਹੈ। ਔਰ ਨਾਟਕ ਵੀ ਰੇਡੀਓ ਨਾਟਕ ਹੈ। ਮੈਂ ਮੰਚਿਤ ਨਾਟਕ ਬਹੁਤ ਘੱਟ ਲਿਖੇ ਹਨ, ਲੇਕਿਨ ਰੇਡੀਓ ਨਾਟਕ ਦਾ ਜਿਹੜੀ ਚੇਟਕ ਮੈਨੂੰ ਮਿਲੀ ਉਹ ਆਲ ਇੰਡੀਆ ਰੇਡੀਓ ਜਲੰਧਰ ਤੋਂ ਮਿਲੀ। ਮੈਂ MA ਕਰਦਿਆਂ 1962-63-64 ਦੇ ਵਿੱਚ ਆਲ ਇੰਡੀਆ ਰੇਡੀਓ ਜਲੰਧਰ ਬਤੌਰ ਕੈਜੂਅਲ ਡਰਾਮਾ ਆਰਟਿਸਟ, ਉੱਥੇ ਮੈਂ ਹਿੰਦੀ ਔਰ ਪੰਜਾਬੀ ਨਾਟਕਾਂ 'ਚ ਹਿੱਸਾ ਲੈਂਦਾ ਰਿਹਾ 10 ਸਾਲ। ਉਹ ਮੈਨੂੰ ਉੱਥੋਂ, ਕਿਉਂਕਿ ਉਹ ਰੇਡੀਓ ਨਾਟਕ ਹੁੰਦੇ ਸੀ,
ਤੇ ਉੱਥੋਂ ਮੈਨੂੰ ਜਿਹੜਾ ਹੈ ਨਾਟਕ ਲਿਖਦਾ, ਜਿਹੜਾ ਰੇਡੀਓ ਨਾਟਕ ਲਿਖਣ ਦਾ ਇਹ ਇੱਕ ਸ਼ੌਕ ਪੈਦਾ ਹੋਇਆ, ਜਿਹਦੇ ਤਹਿਤ ਅੱਜ ਮੇਰੇ ਕੋਲ ਕੇਵਲ 7 ਕਿਤਾਬਾਂ ਜਿਹੜੀਆਂ ਨੇ ਸੰਗ੍ਰਹਿ ਜਿਹੜੇ ਹੈਗੇ ਨੇ ਨਾਟਕਾਂ ਦੇ, ਉਹ ਰੇਡੀਓ ਨਾਟਕਾਂ ਦੇ ਹਨ। ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਮੈਂ ਪਹਿਲਾ ਨਾਟਕ ਕਿਵੇਂ, ਇਹ 1962 ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਅੰਤਰ ਵਿਸ਼ਵਵਿਦਿਆਲੇ ਰੇਡੀਓ ਨਾਟਕ ਲਿਖਣ ਦੇ ਮੁਕਾਬਲੇ ਕਰਵਾਏ ਗਏ। ਉਹਦੇ ਵਿੱਚ ਪੰਜਾਬੀ ਨਾਟਕ ਮੇਰਾ ਅਧੂਰੇ ਸੁਪਨੇ ਉਹ ਫਸਟ ਆਇਆ ਤੇ ਜਲੰਧਰੋਂ ਬ੍ਰੌਡਕਾਸਟ ਹੋਇਆ ਰੇਡੀਓ ਤੋਂ। ਉਹਦੇ ਨਾਲ ਮੈਨੂੰ ਇਹ ਬਹੁਤ ਹੀ ਸ਼ੌਕ ਪੈਦਾ ਹੋਇਆ ਕਿ ਮੈਂ ਆਪ ਵੀ ਲਿਖਾਂ। ਮੈਂ ਕੈਜੂਅਲ ਡਰਾਮਾ ਆਰਟਿਸਟ ਤਾਂ ਹਾਂ ਹੀ ਹਾਂ। ਤਾਂ ਮੈਂ ਉਹਨਾਂ ਤੋਂ ਬਾਅਦ ਮੇਰੇ ਹੁਣ 20-22 ਨਾਟਕ ਜਿਹੜੇ ਕੇਵਲ ਰੇਡੀਓ ਦੇ ਉੱਤੇ ਹਨ, ਉਹ ਅਜੇ ਤੱਕ ਬ੍ਰੌਡਕਾਸਟ ਹੁੰਦੇ ਨੇ। ਅੱਛਾ ਪਨਵਾਰੀ ਸਾਹਿਬ, ਤੁਹਾਡਾ ਜਿਹੜਾ ਤੁਸੀਂ ਪਾਕਿਸਤਾਨ ਦੀ ਧਰਤੀ ਤੇ ਤੁਹਾਡਾ ਜਨਮ ਹੋਇਆ ਹੈਗਾ, ਇੰਨਾ ਤੁਸੀਂ ਲਿਖਤਾਂ ਲਿਖੀਆਂ, ਯਕੀਨਨ ਤੌਰ ਤੇ ਸੁਭਾਵਿਕ ਤੌਰ ਤੇ ਜ਼ਰੂਰ ਉਸ ਵੰਡ ਨੂੰ ਵੀ ਕਿਤੇ ਨਾ ਕਿਤੇ ਤੁਸੀਂ ਆਪਣੀ ਲਿਖਤ ਦਾ ਹਿੱਸਾ ਬਣਾਇਆ ਹੋਣਾ ਜੀ। ਮੈਂ ਬਿਲਕੁਲ ਜੀ, ਮੇਰੀ ਕਹਾਣੀ ਬੜੀ ਬਹੁਤ ਹੀ ਪ੍ਰਤੀਬੱਧ ਕਹਾਣੀ ਔਰ ਵਧੀਆ ਕਹਾਣੀਆਂ 'ਚੋਂ ਇੱਕ ਕਹਾਣੀ ਹੈ, ਧਰਤੀ ਮਾਂ ਹੁੰਦੀ ਹੈ। ਉਹਦੇ ਸਿਰਲੇਖ ਹੇਠ ਮੇਰੀ ਕਿਤਾਬ ਵੀ ਇੱਕ ਸੰਗ੍ਰਹਿ ਛਪਿਆ ਹੈ ਔਰ ਉਹਦੇ ਉੱਤੇ ਨਾਟਕ ਵੀ ਮੈਂ ਲਿਖਿਆ ਹੈ। ਉਹ ਇੱਕ ਪਾਰਟੀਸ਼ਨ ਦੇ ਦੁਖਾਂਤ ਨੂੰ ਲੈ ਕੇ ਮੈਂ ਕਿ ਮੈਂ ਕਾਫਲੇ ਦੇ ਵਿੱਚ ਆਪਣੀ, ਮੈਂ 3 ਸਾਲ ਦਾ ਸੀ, ਬਾਰਿਸ਼ ਪੈ ਰਹੀ ਸੀ ਔਰ ਇੱਕ ਵੱਡੀ ਕਹਾਣੀ ਉਹ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ। ਉਸ ਕਾਫਲੇ ਦੇ ਵਿੱਚ ਕੇਵਲ ਮੇਰੇ ਦਾਦੀ ਜੀ, ਮੇਰੇ ਮਾਤਾ ਜੀ ਔਰ ਕੁਛ ਰਿਸ਼ਤੇਦਾਰ ਸੀਗੇ। ਬਾਕੀ ਜਿਹੜੇ ਸਾਡੇ ਵੱਡ ਵਡੇਰੇ ਸੀ ਉਹ ਪਾਕਿਸਤਾਨ ਬਣਨ ਤੋਂ ਕੋਈ ਮਹੀਨਾ ਪਹਿਲੇ ਹੀ ਆ ਗਏ ਸੀ ਹਿੰਦੁਸਤਾਨ ਦੇ ਵਿੱਚ। ਤੇ ਉਹ ਬਾਰਿਸ਼ ਪੈ ਰਹੀ ਹੈ, ਮੇਰੀ ਮਾਂ ਮੈਨੂੰ ਗੋਦ ਚੁੱਕਿਆ ਹੈ, ਉੱਧਰੋਂ ਗੋਲੀਆਂ ਚੱਲ ਰਹੀਆਂ ਨੇ। ਅਸੀਂ ਸਤਲੁਜ ਦਰਿਆ ਦੇ ਕੰਢੇ ਕੰਢੇ, ਜ਼ਿਲ੍ਹਾ ਮਿੰਟ ਕੁਮਰੀ ਮੇਰਾ ਪਿੱਛੋਂ ਪਾਕਿਸਤਾਨ ਦਾ ਹੈ। ਤੇ ਉਸ ਉਹ ਜਿਹੜੀ ਤਰਾਸਦੀ ਮੈਂ ਉਦੋਂ ਵੇਖੀ ਕਿ ਉੱਧਰੋਂ ਦਰਿਆ ਦੇ ਪਰਲੇ ਪਾਸੋਂ ਉੱਧਰੋਂ ਗੋਲੀਆਂ ਚੱਲਦੀਆਂ ਸੀ, ਇੱਧਰੋਂ ਅਸੀਂ ਲੋਕ ਕਾਫਲੇ ਸੀ, ਸਾਡੇ ਕੋਲ ਕੋਈ ਅਸਲੇ ਇੰਨੇ ਹੈਗੇ ਨਹੀਂ ਸੀ। ਤੋ ਬਾਰਿਸ਼ ਦੇ ਵਿੱਚ ਮੇਰੀ ਮਾਂ ਨੇ ਕਿੱਦਾਂ ਮੈਨੂੰ ਲੈ ਕੇ ਆਏ ਔਰ ਫਿਰੋਜ਼ਪੁਰ ਰੇਲਵੇ ਸਟੇਸ਼ਨ ਦੀ ਜਿਹੜੀ ਟਿਕਟਾਂ ਦੇਣ ਵਾਲੀ ਵਿੰਡੋ ਹੁੰਦੀ ਹੈ, ਮੇਰੀ ਮਾਂ ਨੇ ਮੈਨੂੰ ਉੱਥੇ ਬਿਠਾ ਕੇ ਤੇ ਉਹ ਲੰਗਰ ਵੰਡਣ ਵਾਲੇ ਆਏ ਤੇ ਮੇਰੀ ਮਾਂ ਨੇ ਪਹਿਲੀ ਰੋਟੀ ਮੇਰੇ ਹੱਥ ਫੜਾਈ। ਤੋ ਉਹਦਾ ਅਸਰ ਮੈਂ ਉਸ ਕਹਾਣੀ 'ਚ ਧਰਤੀ ਮਾਂ ਹੁੰਦੀ ਹੈ, ਉਹ ਕਰੈਕਟਰ ਕੁਛ ਲੈ ਕੇ ਤੇ ਉਹ ਕਹਾਣੀ ਮੇਰੀ ਬੜੀ ਮਕਬੂਲ ਹੋਈ। ਨਹੀਂ ਭੰਡਾਰੀ ਸਾਹਿਬ, ਤੇ ਸੱਚ ਹੈਗਾ ਨਾ ਕਿ ਨਾ ਤੁਸੀਂ ਆਪਣੀ ਮਾਂ ਨੂੰ ਭੁੱਲ ਸਕਦੇ, ਨਾ ਜਨਮ ਭੂਮੀ ਨੂੰ ਭੁੱਲ ਸਕਦੇ। ਜਨਮ ਭੂਮੀ ਔਰ ਜਨਮ ਭੂਮੀ ਦਾ ਬੜਾ ਇੱਕ ਬਹੁਤ ਵੱਡਾ, ਅਜੇ ਵੀ ਮੈਨੂੰ ਸੁਪਨੇ ਆਉਂਦੇ ਨੇ ਕਈ ਵਾਰੀ। ਸੁਪਨਿਆਂ ਦੇ ਵਿੱਚ ਮੈਨੂੰ ਉਹੀ ਜਾਪਦਾ ਮੇਰੀ ਧਰਤੀ ਹੈ, ਉਹ ਮੇਰੀ ਸਾਡੀ ਹਵੇਲੀ ਹੈ, ਮੈਂ ਉੱਤੇ ਪੌੜੀਆਂ ਚੜ੍ਹ ਰਿਹਾ ਵਾਂ। ਤਾਂ ਉਹ ਜਿਹੜੀ ਜ਼ਿਹਨ ਦੇ ਵਿੱਚ ਇਹੋ ਜਿਹੀ ਇੱਕ ਬਹੁਤ ਗਹਿਰੀ ਗੱਲ ਤੁਹਾਡੇ ਬੈਠੀ ਨੂੰ, ਉਹ ਕਦੇ ਨਾ ਕਿਸੇ ਰੂਪ ਵਿੱਚ। ਹੁਣ ਉਹੀ ਮਾਂ, ਕਿਉਂਕਿ ਬਚਪਨ ਮੇਰਾ ਉਹਨਾਂ ਨੇ, ਔਰ ਉਹ ਮੈਂ ਦੱਸਣਾ ਚਾਹੁੰਦਾ ਵਾਂ ਕਿ ਕਿਉਂ ਲਗਾਓ ਜ਼ਿਆਦਾ। ਮੇਰੇ ਫਾਦਰ ਸਾਹਿਬ ਦਾ ਮਰਡਰ ਪਾਕਿਸਤਾਨ ਬਣਨ ਤੋਂ 2 ਸਾਲ ਪਹਿਲੇ ਹੋ ਗਿਆ ਸੀ। ਮੇਰੇ ਮਾਂ ਵਿਧਵਾ ਹੋ ਗਏ, ਉਹਦਾ 30 ਸਾਲ ਦੇ ਸਨ, ਅਸੀਂ 4 ਭਾਈ ਸੀ। ਲੇਕਿਨ ਉਹਨਾਂ ਨੇ ਜਿਵੇਂ ਇੱਕ ਕੁੱਕੜੀ ਹੁੰਦੀ ਹੈ, ਮੁਰਗੀ ਹੁੰਦੀ ਹੈ, ਆਪਣੇ ਬੱਚਿਆਂ ਨੂੰ ਖੰਭਾਂ ਦੇ ਥੱਲੇ ਲੈ ਕੇ, ਉੱਦਾਂ ਮੇਰੀ ਮਾਂ ਨੇ ਪਾਲਿਆ। ਉਹਨਾਂ ਦੀ ਮੈਂ ਮਾਂ ਦੇ ਉੱਤੇ ਲੇਖਣੀ ਵਿੱਚ ਵੀ ਮੇਰੇ ਬਹੁਤ ਸਾਰੀਆਂ ਕਹਾਣੀਆਂ ਹੈਗੀਆਂ ਨੇ। ਔਰ ਆਹ ਸਾਡੀ ਇੱਕ ਪੱਤਰਿਕਾ ਤੁਹਾਨੂੰ ਜ਼ਿਕਰ ਚੱਲੇਗਾ, ਇਹਦੇ ਵਿੱਚ ਵੀ ਮਾਂ ਦੇ ਉੱਤੇ, ਇਹ ਸਾਡੀ ਹਰਿਆਣਾ ਸਾਹਿਤ ਅਕੈਡਮੀ ਵੱਲੋਂ ਮੰਥਲੀ ਪ੍ਰਕਾਸ਼ਿਤ ਕੀਤੀ ਜਾਂਦੀ ਮਹੀਨੇਵਾਰ, ਇਹਨੂੰ ਮੈਂ ਆਡਿਟ ਕਰਨਾ ਵਾ। ਔਰ ਇਹਦੇ ਵਿੱਚ ਮਾਂ ਦਾ ਜ਼ਿਕਰ ਮੈਂ ਬਹੁਤ ਸਾਰੀਆਂ ਰਚਨਾਵਾਂ ਦੇ ਵਿੱਚ, ਆਪਣੀਆਂ ਰਚਨਾਵਾਂ ਦੇ ਵਿੱਚ। ਮੈਨੂੰ ਜ਼ਿਆਦਾ ਮੇਰੇ ਪਿਛਲੇ ਇੱਕ ਦੋ ਅੰਕ ਦੀ ਗੱਲ ਕਰੀਏ ਤੇ ਤੁਸੀਂ ਪੂਰਾ ਜਿਹੜਾ ਆਪਣਾ ਸ਼ਬਦ ਬੂੰਦ ਹੈਗਾ ਨਾ, ਇਹ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ ਕੀਤਾ ਗਿਆ। ਜੀ ਕਿਤੇ ਬਿਲਕੁਲ। ਉਹਦਾ ਕਾਰਨ ਇਹ ਹੈ ਕਿ ਅੱਜ ਜੋ ਕੁਛ ਅਸੀਂ ਥੋੜ੍ਹਾ ਜਿਹਾ ਮਹਿਸੂਸ ਕਰ ਰਹੇ ਹਾਂ ਮਹਿਲਾਵਾਂ ਦੇ ਪ੍ਰਤੀ, ਗਲੀ ਗਲੀ ਜਾਂ ਬਾਜ਼ਾਰ ਜਾਂ ਜਿੱਥੇ ਵੀ ਵੇਖੋ ਕੋਈ ਗੱਲਾਂ ਸੁਣਨ ਨੂੰ ਮਿਲ ਰਹੀਆਂ, ਉਹਦਾ ਇੱਕ ਰਾਈਟਰ ਦੇ ਉੱਤੇ ਵੀ ਜਿਹੜਾ ਸਹੀ ਮਾਇਨੇ 'ਚ ਲੇਖਣ ਕਰਨਾ ਚਾਹੁੰਦਾ ਹੈ, ਉਹ ਪ੍ਰਭਾਵ ਸਮਾਜ ਦਾ ਬੜਾ ਪੈਂਦਾ। ਇਸੇ ਤਰ੍ਹਾਂ ਮਹਿਲਾਵਾਂ ਦਾ ਵੀ ਮੈਨੂੰ ਤੁਸੀਂ ਇਹ ਵੀ ਵੇਖੋ ਜੋ ਇਹਦੇ ਉੱਤੇ ਵੀ ਆ ਵੀ ਮਾਂ ਇੱਕ ਰਜੋਈ ਕਰ ਰਹੀ ਹੈ। ਮੈਂ ਚਾਹਾਂਗਾ ਕਿ ਤੁਸੀਂ ਜ਼ਰਾ ਦਰਸ਼ਕਾਂ ਦੇ ਅੱਗੇ ਸਾਂਝਾ ਕਰੋ। ਆ ਪੰਕਤੀਆਂ ਵੀ ਉਹੀ ਨੇ ਕਿ ਹੁਣ ਮੇਰੀ ਇਹ ਰਜੋਈ, ਸੁਣ ਮੇਰੀ ਇਹ ਰਜੋਈ ਵੇ ਰੱਬਾ, ਕੈਸੀ ਰੁੱਤ ਹੈ ਆਈ, ਤੇ ਥਾਂ ਥਾਂ ਰੋਂਦੀ ਕਿਉਂ ਹੈ ਔਰਤ, ਰੂਹ ਉਸਦੀ ਮੁਰਝਾਈ। ਤੋ ਕਹਿਣ ਤੋਂ ਮੁਰਾਦ ਇਹ ਹੈ ਕਿ ਮੈਂ ਉਸ ਸ਼ਕਤੀਕਰਨ ਦਾ ਜਿਹੜਾ ਮਹਿਲਾਵਾਂ ਦਾ ਅੰਕ ਮੇਰਾ ਕੱਢਣ ਦਾ ਇਹੀ ਕਾਰਨ ਸੀ ਕਿ ਮਹਿਲਾਵਾਂ ਆਪ ਆਪਣੀ ਗੱਲ ਕਰਨ। ਤੋ ਮੈਂ ਸਰ ਸਾਹਿਬ ਹਰਿਆਣਾ ਦੇ ਜਿਹੜੀਆਂ ਲੇਖਕਾਵਾਂ ਸੀ, ਕਹਾਣੀਕਾਰਾਂ, ਉਹਨਾਂ ਨੂੰ ਸੰਯੁਕਤ ਰੂਪ ਦੇ ਵਿੱਚ ਉਸ ਅੰਕ ਦੇ, ਇਹ ਬਹੁਤ ਵਧੀਆ ਉਪਰਾਲਾ ਸੀ, ਲੋਕਾਂ ਨੇ ਪਸੰਦ ਵੀ ਕੀਤਾ ਗਾ। ਇੱਕ ਭੰਡਾਰੀ ਸਾਹਿਬ ਕਹਿੰਦੇ ਤੁਸੀਂ ਸੱਚ ਲਿਖਿਆ ਗਾ, ਔਰ ਇੱਕ ਲੇਖਕ ਨੂੰ ਹਮੇਸ਼ਾ ਹੀ ਸੱਚ ਲਿਖਣਾ ਚਾਹੀਦਾ ਗਾ। ਕਦੀ ਸੱਚ ਲਿਖਣ ਵੇਲੇ ਕੋਈ ਔਕੜਾਂ ਦਾ ਵੀ ਸਾਹਮਣਾ ਕਰਨਾ ਪਿਆ ਜੀ?
ਮੈਂ ਕਿਉਂਕਿ ਅੱਜ ਕੱਲ੍ਹ ਡਾਇਰੈਕਟਰ ਹਾਂ, ਐਡੀਟਰ ਵੀ ਇਸ ਪੱਤਰਿਕਾ ਦਾ ਹਾਂ ਬਿਲਕੁਲ ਸਰ, ਬਿਲਕੁਲ ਬਿਲਕੁਲ ਜੀ। ਲੇਕਿਨ ਉਸ ਸੱਚ ਨੂੰ ਮੈਂ ਕੁਝ ਰਚਨਾਵਾਂ 'ਚ ਮੈਂ ਇੱਥੇ ਨਾਂ ਨਹੀਂ ਲੈਣਾ ਚਾਹੁੰਦਾ। ਸੱਚ ਜਿਹੜਾ ਸੱਚਮੁੱਚ ਉਹ ਜਿਹੜੀ ਕਹਾਵਤ ਬਣੀ ਹੋਈ, ਕਈ ਵਾਰੀ ਕੌੜਾ ਵੀ ਹੁੰਦਾ। ਬਿਲਕੁਲ ਤੇ ਬਿਲਕੁਲ ਉਸ ਕੁੜੱਤਣ ਦੇ ਅੰਗ ਸੰਗ ਕੁਝ ਪਾਠਕ ਵੀ ਕਈ ਵਾਰੀ ਹੋਏ ਨੇ, ਜਿਨ੍ਹਾਂ ਨੇ ਮੈਨੂੰ ਇਹ ਕਿੱਦਾਂ ਹੋ ਗਿਆ, ਤੁਸੀਂ ਕਿਵੇਂ ਇਹ ਗੱਲ ਆਖੀ, ਇਹ ਤੁਹਾਨੂੰ ਸਾਹਸ ਕਿਵੇਂ ਹੋਇਆ। ਮੈਂ ਇੱਕ ਇਹੋ ਹੀ ਕਿ ਕੁਝ ਥੋੜ੍ਹੇ ਜਿਹੜੇ ਬੱਚੇ ਅੱਜ ਕੱਲ੍ਹ ਮੇਲ ਜਿਹੜੇ ਬੱਚੇ ਨੇ, ਸਾਰੇ ਨਹੀਂ, ਕੁਝ ਬੱਚੇ ਜਿਹੜੇ ਨੇ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਮਾਪਿਆਂ ਦੇ ਪ੍ਰਤੀ ਉਹਨਾਂ ਦੀ ਭਾਵਨਾ ਜਿਹੜੀ ਬੜੀ ਦੂਰ ਹੁੰਦੀ ਜਾ ਰਹੀ ਹੈ। ਮਾਂ ਪਿਓ ਨੂੰ ਸਵੇਰੇ ਇਹ ਨਹੀਂ ਪੁੱਛਦੇ ਕਿ ਪੁੱਤ ਮਾਂ ਤੁਸੀਂ ਚਾਹ ਪੀ ਲਈ, ਰੋਟੀ ਖਾ ਲਈ ਹੈ। ਉਹ ਕੋਲੋਂ ਦੀ ਆਦਾ ਲੰਘ ਜਾਂਦੇ ਨੇ, ਉੱਥੇ ਮਾਂ ਪਿਓ ਫਿਰ ਵੀ ਅਸੀਸ ਦਿੰਦੇ ਨੇ। ਭੰਡਾਰੀ ਸਾਹਿਬ ਸਾਡੀਆਂ ਜਿਹੜੀ ਕਦਰਾਂ ਕੀਮਤਾਂ ਦੀ ਬਹੁਤ ਗਿਰਾਵਟ ਆ ਚੁੱਕੀ ਹੈ, ਇੱਕ ਦੁਖਾਂਤ ਹੈਗਾ ਵਾ। ਭੰਡਾਰੀ ਸਾਹਿਬ ਇਹ ਵੀ ਹੈ ਕਿ ਤੁਹਾਨੂੰ ਐਕਟਿੰਗ ਦਾ ਬਹੁਤ ਸ਼ੌਕ ਹੈਗਾ ਜੀ, ਇਹ ਲਿਖਣ ਦੇ ਨਾਲ ਸ਼ੌਕ ਹੈ ਕਿ ਪਹਿਲਾਂ ਹੀ ਐਕਟਿੰਗ ਦਾ ਸ਼ੌਕ? ਬਹੁਤ ਅੱਛਾ ਸਵਾਲ ਕੀਤਾ ਤੁਸੀਂ, ਔਰ ਮੇਰੇ ਜ਼ਿਹਨ 'ਚ ਸੀ ਕਿ ਪਤਾ ਨਹੀਂ ਇਹ ਸਵਾਲ ਆਉਂਦਾ ਵੀ ਹੈ ਕਿ ਨਹੀਂ, ਲੇਕਿਨ ਅੱਛਾ ਲੱਗਿਆ। ਮੈਂ ਤੁਹਾਨੂੰ ਜਿਵੇਂ ਬਚਪਨ ਦੀ ਗੱਲ ਕੀਤੀ ਸੀ, ਬਚਪਨ ਵਿੱਚ ਮੈਂ ਆਪਣੇ ਮਹੱਲੇ ਦੇ ਵਿੱਚ ਮੰਜੀਆਂ ਜੋੜ ਕੇ ਤੇ ਰਾਮਲੀਲਾ ਕਰਿਆ ਕਰਦਾ ਸੀ, ਕੁਝ ਬੱਚਿਆਂ ਨਾਲ ਰਲ ਕੇ ਚਾਦਰਾਂ ਜੋੜ ਲੈਣੀਆਂ। ਹੋਰ ਫਿਰ ਕੋਈ 8ਵੀਂ ਜਮਾਤ ਦੇ ਵਿੱਚ 1958 ਦੀ ਗੱਲ ਹੈ ਕਿ ਉੱਥੇ ਇੱਕ ਸਾਡੇ ਮਹੱਲੇ ਤੋਂ ਥੋੜ੍ਹਾ ਹਟ ਕੇ ਇੱਕ ਰਾਮਲੀਲਾ ਹੁੰਦੀ ਸੀ, ਜਿਹੜੀ ਕਿ ਤੁਸੀਂ ਹੈਰਾਨ ਹੋਗੇ ਕਿ ਸਰਾਇਕੀ ਭਾਸ਼ਾ ਦੇ ਵਿੱਚ, ਲਹਿੰਦੀ ਭਾਸ਼ਾ ਦੇ ਵਿੱਚ ਉਹ ਰਮਾਇਣ ਦਾ ਤਰਜਮਾ ਹੋਇਆ ਸੀ। ਔਰ ਉਹਦੇ ਵਿੱਚ ਮੈਂ ਪੂਰੇ 4 ਸਾਲ ਲਕਸ਼ਮਣ ਜੀ ਦਾ ਤੇ ਸੀਤਾ ਜੀ ਦਾ ਰੋਲ ਕਰਦਾ ਰਿਹਾ। ਵਾਹ! ਉਸ ਰੋਲ ਨੇ ਮੈਨੂੰ ਐਕਟਿੰਗ ਸਿਖਾਈ, ਔਰ ਬੜਾ, ਕਿਉਂਕਿ ਮੈਂ ਕੇਸ਼ਾਧਾਰੀ ਸੀ, ਉਹ ਸੀਤਾ ਜੀ ਦਾ ਵੀ ਜੋੜਾ ਬਣਾਇਆ ਜਾਂਦਾ ਸੀ, ਲਕਸ਼ਮਣ ਜੀ ਦਾ ਵੀ ਬਣਾਇਆ ਜਾਂਦਾ ਸੀ, ਤਾਂ ਉਸ ਕਰਕੇ ਮੈਂ ਉਸ ਰੋਲ ਦੇ ਵਿੱਚ ਬੜਾ ਜੱਚਦਾ ਸੀ। ਤੇ ਮੈਨੂੰ ਕੁਝ ਰੱਬ ਨੇ ਉਹਦਾ ਆਵਾਜ਼ ਵੀ ਬੜੀ ਭਰਵੀਂ ਜੀ ਦਿੱਤੀ ਹੋਈ ਸੀ ਕਿ ਮੈਂ ਜਿਹੜੇ ਸਟੇਜ 'ਤੇ ਆਉਣਾ ਤੇ ਬੜੀਆਂ ਤਾੜੀਆਂ ਮੈਨੂੰ ਮਿਲਣੀਆਂ। ਉਸ ਕਰਕੇ ਮੇਰੀ ਐਕਟਿੰਗ ਜਿਹੜੀ ਹੈਗਾ ਸਕੂਲ ਤੋਂ ਲੈ ਕੇ ਕਾਲਜ ਦੇ ਯੂਥ ਫੈਸਟੀਵਲਾਂ ਦੇ ਨਾਟਕਾਂ ਦੇ ਵਿੱਚ ਮੈਂ ਹਰ ਇੱਕ 'ਚ ਭਾਗ ਲੈਣਾ। ਔਰ ਤੁਸੀਂ ਹੈਰਾਨ ਹੋਗੇ ਕਿ ਦਿੱਲੀ ਤੱਕ ਸਾਡਾ ਇੱਕ ਉਹਦਾ ਹਰਿਆਣਾ, ਪੰਜਾਬ, ਹਿਮਾਚਲ ਇਕੱਠਾ ਹੁੰਦਾ ਸੀ। ਸਾਡਾ ਨਾਟਕ ਗਵਰਨਮੈਂਟ ਕਾਲਜ ਹਿਸਾਰ ਤੋਂ ਗਿਆ ਸੀਗਾ, ਔਰ ਤੁਸੀਂ ਇਮੈਜਿਨ ਕਰੋਗੇ ਉਹ ਟੌਪ 'ਤੇ ਤਾਂ ਨਹੀਂ ਆਇਆ, ਲੇਕਿਨ ਤੀਜੇ ਨੰਬਰ 'ਤੇ ਰਿਹਾ। ਔਰ ਇੰਡੀਵਿਜੂਅਲ ਰੋਲ ਦਾ ਮੈਨੂੰ ਅਵਾਰਡ ਪਹਿਲਾ ਉੱਥੇ ਦਿੱਤਾ ਗਿਆ। ਉਹਦੇ 'ਚ ਇੱਕ ਜੱਜ ਸਾਡੇ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਹਿਮਾ ਮਾਲਿਨੀ ਵੀ ਹੋਇਆ ਕਰਦੇ ਸੀ ਉਹਦਾ। ਤੇ ਉਸ ਐਕਟਿੰਗ ਦਾ ਅਜੇ ਤੱਕ ਵੀ ਮੇਰੇ ਜ਼ਿਹਨ ਦੇ ਵਿੱਚ ਪੂਰਾ ਪ੍ਰਭਾਵ ਹੈ। ਜਦੋਂ ਮੈਂ ਨਾਟਕ ਲਿਖਦਾ ਤਾਂ ਉਹ ਮੇਰਾ ਪਾਤਰ ਉਹਨਾਂ ਦੇ ਵਿੱਚ ਆ ਕੇ ਬਿਲਕੁਲ ਤੁਹਾਡੇ ਸਾਹਮਣੇ ਡ੍ਰੀਮ ਗਰਲ ਬੈਠੀ ਹੈਗੀ ਸੀ ਨਾ ਜੀ, ਹਿਮਾ ਮਾਲਿਨੀ। ਅੱਛਾ, ਇੱਕ ਹੋਰ ਹੈ ਕਿ ਤੁਸੀਂ ਇੰਨਾ ਕੁਝ ਲਿਖ ਚੁੱਕੇ ਹੈਗੇ ਜੇ, ਜਿਹੜੇ ਤੁਹਾਡੇ ਪਾਠਕ ਨੇ ਉਹ ਬੜੀ ਬੇਸਬਰੀ ਦੇ ਨਾਲ ਤੁਹਾਡੀ ਇੱਕ ਸਵੈ ਜੀਵਨੀ ਦੀ ਵੀ ਉਡੀਕ ਕਰ ਰਹੇ ਹੈਗੇ ਨੇ। ਇਹ ਉਹਨਾਂ ਦਾ ਬੜੱਪਨ ਹੈ ਜੀ। ਔਰ ਇਸ ਤਰ੍ਹਾਂ ਹੈ, ਇਹ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਕੁਝ ਲੋਕ ਜਿਹੜੇ ਮੇਰੇ ਬਹੁਤ ਪੁਰਾਣੇ ਮੇਰੀ ਕਲਮ ਨੂੰ, ਕਲਮ ਦੇ ਅੰਗ ਸੰਗਾਂ ਨੂੰ ਪਿਆਰਦੇ ਹਨ, ਉਹ ਵਾਕਿਆ ਇੰਤਜ਼ਾਰ ਕਰਦੇ ਹਨ। ਕਈ ਇਸ਼ੂਆਂ ਦੇ ਵਿੱਚ ਮੇਰੇ ਕਈ ਵਾਰੀ ਨਾਟਕ ਨਹੀਂ ਵੀ ਲੱਗੇ ਤਾਂ ਫਿਰ ਮੈਨੂੰ ਕਿਹਾ ਜਾਂਦਾ ਕਿ ਤੁਹਾਡਾ ਨਾਟਕ ਰੈਗੂਲਰ ਹੀ ਆਉਣ। ਸਭ ਤੋਂ ਵੱਡੀ ਗੱਲ ਹੈ ਮੇਰੇ ਨਾਟਕਾਂ ਦੇ ਵਿੱਚ, ਜਿਹੜੀ ਮੈਂ ਤੁਹਾਨੂੰ ਅੱਗੇ ਵੀ ਅਰਜ਼ ਕੀਤੀ ਹੈ, ਕਿ ਮੇਰੇ ਪਾਤਰ ਜਿਹੜੇ ਨੇ ਸੜਕ ਤੋਂ ਲੈ ਕੇ, ਜ਼ਿਆਦਾਤਰ ਤਾਂ ਮੈਂ ਮਿਡਲ ਕਲਾਸ, ਲੋਅਰ ਮਿਡਲ ਕਲਾਸ, ਇਹਨਾਂ ਦਾ ਜ਼ਿਕਰ ਕੀਤਾ ਹੈਗਾ, ਲੇਕਿਨ ਮੈਂ ਇੱਕ ਉਹ ਸ਼ਬਦ ਗਰੀਬ ਤਾਂ ਨਹੀਂ ਵਰਤਾਂਗਾ, ਲੇਕਿਨ ਹੇਠਲਾ ਤਬਕਾ ਜਿਹੜਾ ਹੈ ਉਹਨਾਂ ਨੂੰ ਵੀ ਮੈਂ ਕਰੈਕਟਰ ਬੜਾ ਬਣਾਇਆ। ਉਹ ਕਰੈਕਟਰ ਮੇਰੇ ਉਹ ਲੱਭੇ ਨੇ ਜਿਹੜੇ ਸਾਡੇ ਘਰ ਦੇ ਵਿੱਚ ਬਤੌਰ ਸੇਵਾਦਾਰ ਦੇ ਤੌਰ 'ਤੇ ਕਾਰਜ ਕਰਿਆ ਕਰਦੇ ਸੀ। ਇੱਕ ਬ੍ਰਿਧ ਮਾਈ ਹੁੰਦੀ ਸੀ ਸਾਰ, ਉਹ ਸਾਡੇ ਘਰ 10-15 ਸਾਲ ਉਹਨੇ ਕੰਮ ਕੀਤਾ। ਉਹਦੇ ਕੋਲੋਂ ਮੈਂ ਬੜਾ ਕੁਝ ਲਿਆ, ਮੁਲਤਾਨ ਸਾਈਡ ਦੇ ਸਨ, ਔਰ ਉਹਦੇ ਕੋਲੋਂ ਮੇਰੀ ਕਲਮ ਨੇ ਬਹੁਤ ਗੱਲਾਂ ਸਿੱਖੀਆਂ। ਮੈਂ ਕੋਲ ਜਾ ਕੇ ਬਹਿ ਜਾਣਾ, ਅੰਮਾ ਵੱਲ ਕੀ ਫਿਕਰੇ ਨਹੀਂ, ਹੁਣ ਬੁੱਢੀ ਥੀ ਗਈ ਹੈ, ਹੁਣ ਤੂੰ ਘਰ ਬਹੋ। ਤਾਂ ਤੁਸੀਂ ਹੈਰਾਨ ਹੋ ਗਏ, ਉਹਦਾ ਜਵਾਬ ਇੱਕ ਸੰਵਾਦ ਅੱਜ ਤੱਕ ਵੀ ਸਾਰ ਸਾਹਿਬ ਮੈਨੂੰ ਯਾਦ ਹੈ। ਅਵੇ ਬਾਲ ਆ, ਬਾਲ ਕਹਿੰਦੇ ਨੇ ਬੱਚੇ ਨੂੰ, ਅਵੇ ਬਾਲ ਆ, ਜੇ ਮੈਂ ਘਰ ਬਹਿ ਪੈਸਾ ਤੇ ਹੀ ਮੋਏ ਢਿੱਡ ਦਾ ਕੀ ਬਣਸੀ। ਅੱਛਾ, ਸਾਡੀ ਲਹਿੰਦੀ ਭਾਸ਼ਾ ਹੈਗੀ, ਲਹਿੰਦੀ ਭਾਸ਼ਾ। ਅੱਛਾ, ਇੱਕ ਤੁਹਾਡੀ ਜਿਹੜੀ ਮਾਸੀ ਹੈਗੀ ਉਹ ਉੱਥੇ ਰਹਿੰਦੇ ਹੈਗੇ ਨੇ ਮਲਕਾ ਹਾਂਸ, ਜਿੱਥੇ ਵਾਰਿਸ਼ ਨੇ ਬੈਠ ਕੇ ਹੀਰ ਲਿਖੀ ਸੀ ਜੀ। ਬਿਲਕੁਲ ਬਿਲਕੁਲ, ਉਹ ਇਹ ਵੀ ਜ਼ਿਲ੍ਹਾ ਮਿੰਟ ਕੁਮਰੀ ਦੇ ਵਿੱਚ ਹੀ ਮਲਕਾ ਹਾਂਸ ਸੀ ਜੀ, ਇੱਕ ਕਸਬਾ ਸੀਗਾ। ਬਿਲਕੁਲ। ਤੇ ਮੇਰੇ ਐਲਡਰ ਬ੍ਰਦਰ ਸਾਹਿਬ ਜਗਦੀਸ਼ ਸਿੰਘ ਭੰਡਾਰੀ, ਉਹ ਉੱਥੇ ਮਾਸੀ, ਸਾਡੇ ਮਾਸੀ ਜੀ ਮਲਕਾ ਹਾਂਸ ਰਹਿੰਦੇ ਸੀ, ਉੱਥੇ ਉਹ 8ਵੀਂ ਪੜ੍ਹਨ ਵਾਸਤੇ ਚਲੇ ਗਏ ਸੀਗੇ। ਤੇ ਉੱਥੇ ਹੀ ਪਤਾ ਲੱਗਿਆ ਕਿ ਉਹਨਾਂ ਆ ਕੇ ਦੱਸਿਆ ਕਿ ਇੱਕ ਵਾਰਿਸ ਜਿਹੜਾ ਹੈ ਇੱਥੇ ਕਿਸੇ ਜ਼ਮਾਨੇ 'ਚ ਰਹਿੰਦਾ ਸੀ ਤੇ ਉਹਨੇ ਹੀਰ ਲਿਖੀ ਸੀ। ਅੱਛਾ ਭੰਡਾਰੀ ਸਾਹਿਬ, ਹੁਣ ਆਪਾਂ ਗੱਲ ਕਰ ਲਈਏ ਪੰਜਾਬੀ ਸਾਹਿਤ ਅਕੈਡਮੀ, ਜਿਹੜੇ ਤੁਸੀਂ ਇਸ ਵੇਲੇ ਉਹਨਾਂ ਦੀ ਪੂਰੇ ਇੰਚਾਰਜ ਮੁਖੀ ਜੀ, ਇਹ ਕਦੋਂ ਕੀ ਹੋਣ ਚਾਹੀਏ ਹਰਿਆਣਾ ਦੇ ਵਿੱਚ ਜੀ? ਇਹਨੂੰ
ਸਾਧ ਸਾਹਿਬ ਇਹ ਕੋਈ ਲਗਭਗ 15 ਸਾਲ ਪਹਿਲਾਂ ਇਸ ਦਾ ਆਗਾਜ਼ ਹੋਇਆ ਹਰਿਆਣਾ ਦੇ ਵਿੱਚ ਇਸ ਅਕੈਡਮੀ ਦਾ। ਬਿਲਕੁਲ ਜੀ। ਪਹਿਲੇ ਇਹ ਅਕੈਡਮੀ ਸਾਂਝੀ ਹੁੰਦੀ ਸੀ ਹਿੰਦੀ ਸਾਹਿਤਯ ਸੰਮੇਲਨ ਹਿੰਦੀ ਸਾਹਿਤਯ ਅਕੈਡਮੀ ਦੇ ਨਾਲ। ਅੱਛਾ ਜੀ। ਉਦੋਂ ਚੰਡੀਗੜ੍ਹ 18 ਸੈਕਟਰ ਦੇ ਵਿੱਚ ਇੱਕ ਕੋਠੀ ਦੇ ਵਿੱਚ ਉਹਦੇ 'ਚ ਉਰਦੂ, ਸੰਸਕ੍ਰਿਤ, ਹਿੰਦੀ ਔਰ ਪੰਜਾਬੀ ਸਾਂਝੀ ਸੀਗੀ। ਬਿਲਕੁਲ ਜੀ। ਫਿਰ ਕੁਛ ਹਰਿਆਣਾ ਦੇ ਬੁੱਧੀਜੀਵੀਆਂ ਪੰਜਾਬੀ ਦੇ ਬੁੱਧੀਜੀਵੀਆਂ ਵੱਲ ਆਵਾਜ਼ ਉੱਠੀ ਕਿ ਹੋਰ ਥਾਵਾਂ 'ਤੇ ਹਰ ਇੱਕ ਅਕੈਡਮੀ ਵੱਖਰੀ ਵੱਖਰੀ ਹੈ, ਇਹਨੂੰ ਵੀ ਵੱਖਰਾ ਰੂਪ ਦਿੱਤਾ ਜਾਏ। ਤੇ ਉਹਦਾ ਚੌਧਰੀ ਬੰਸੀ ਲਾਲ ਦੀ ਹਕੂਮਤ ਆਈ ਸੀ, ਉਹਨਾਂ ਨੇ ਇਸ ਨੂੰ ਇਹ ਪ੍ਰਾਰੂਪ ਦੇ ਦਿੱਤਾ ਗਿਆ ਸੀ। ਮੇਰੇ ਖਿਆਲ ਉਹਨਾਂ ਨੇ ਹਰਿਆਣੇ 'ਚ ਤੁਹਾਨੂੰ ਵੀ ਯਾਦ ਹੋਣਾ ਕਿ ਪੰਜਾਬੀ ਦੀ ਥਾਂ ਛੱਡ ਕੇ ਤਾਮਿਲ ਸੈਕੰਡ ਤਾਮਿਲ ਉਹ ਉਹਨਾਂ ਕੀਤੀ ਸੀ। ਉਹਦਾ ਫਿਰ ਇਹ ਥੋੜ੍ਹਾ ਜਿਹਾ ਬੁੱਧੀਜੀਵੀਆਂ ਦੇ ਉੱਤੇ ਥੋੜ੍ਹਾ ਜਿਹਾ ਆਕਰੋਸ਼ ਪੈਦਾ ਹੋਇਆ ਕਿ ਇਸ ਨੂੰ ਤਾਮਿਲ ਨੂੰ ਲੈ ਕੇ ਉਹ ਪੋਲੀਟੀਕਲੀ ਗੱਲਾਂ ਹੁੰਦੀਆਂ, ਉਹ ਆਪਣੀ ਉਸ ਢੰਗ ਨਾਲ ਉਹ ਕਰ ਗਏ। ਚਲੋ, ਲੇਕਿਨ ਇਹਨੂੰ 15 ਕੁ ਸਾਲ ਹੋਏ ਨੇ ਹੁਣ, ਇਹ ਆਪਣੇ ਰਾਹੇ ਆਪਣੇ ਟਰੈਕ ਦੇ ਉੱਤੇ ਹੌਲੀ ਹੌਲੀ ਵੱਧਦੀ ਅੱਜ ਇਹ ਸਟੇਜ ਆ ਗਈ ਹੈ ਕਿ ਕਿਸੇ ਜ਼ਮਾਨੇ ਇਹਦਾ 10 ਲੱਖ ਬਜਟ ਹੁੰਦਾ ਸੀ, ਅੱਜ ਹੁਣ ਪਹਿਲੇ 1 ਕਰੋੜ ਸੀ। ਹੁਣੇ 16 ਜੂਨ ਨੂੰ ਮਾਨਯੋਗ ਸਾਡੇ ਪ੍ਰਧਾਨ ਮੁੱਖ ਮੰਤਰੀ ਜਿਹੜੇ ਚੌਧਰੀ ਭੁਪਿੰਦਰ ਸਿੰਘ ਜੀ ਹਨ, ਉਹਨਾਂ ਨੇ ਇਹਨੂੰ 1.5 ਕਰੋੜ ਦਾ ਕਰ ਦਿੱਤਾ। ਉਹ ਸਾਡੇ ਕੋਲੋਂ ਪੈਸਾ ਮੁੱਕਦਾ ਹੀ ਨਹੀਂ। ਅਸੀਂ ਉਹਦੀ ਡਿਵੈਲਪਮੈਂਟ ਜਿੰਨੀ ਹਰਿਆਣਾ ਦੇ ਵਿੱਚ ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ, ਉਹਦੇ ਉੱਤੇ ਖੁੱਲ੍ਹ ਨਾਲ ਅਸੀਂ ਵਰਤ ਰਹੇ ਹਾਂ ਔਰ ਸਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਸਰਕਾਰ ਵੱਲੋਂ ਰੁਕਾਵਟ ਨਹੀਂ। ਜਿੱਥੇ ਮਰਜ਼ੀ ਤੁਹਾਨੂੰ ਹੈਰਾਨੀ ਹੋਏਗੀ ਕਿ ਮੈਨੂੰ 2.5 ਸਾਲ ਹੋ ਗਏ ਨੇ, ਸਾਡੇ ਇਨਾਮ ਵੀ ਵਧਾਏ ਗਏ ਨੇ। ਸਾਡੇ ਇਸ ਲਈ 8 ਵੱਡੇ ਇਨਾਮ ਨੇ, ਜਿਹੜਾ ਕਿ ਕਿਸੇ ਟਾਈਮ 10,000 ਦਾ ਹੁੰਦਾ ਸੀ। ਹੁਣ ਸਭ ਤੋਂ ਵੱਡਾ ਅਵਾਰਡ ਜਿਹੜਾ 2.5 ਲੱਖ ਰੁਪਏ ਦਾ, ਜਿਹੜਾ ਕਿ ਇੱਕ ਵੱਡੇ ਸਾਹਿਤਕਾਰ ਨੂੰ ਜਿਹਨੇ 60 ਸਾਲ ਤੋਂ ਉੱਪਰ ਉਮਰ ਆ ਗਈ ਉਹਦੀ ਔਰ ਉਹਨੇ ਕਾਰਜ ਕੀਤਾ ਸਮੁੱਚੇ ਤੌਰ 'ਤੇ ਹਰਿਆਣਾ ਵਿੱਚ ਬੈਠ ਕੇ ਪੰਜਾਬੀ ਦਾ, ਉਹਨੂੰ ਅਸੀਂ 2014 ਤੋਂ 2.5 ਲੱਖ ਦਾ ਜਿਹੜਾ ਹੈ ਪਹਿਲਾ ਇਨਾਮ, ਉਸ ਤੋਂ ਬਾਅਦ 1.5 ਲੱਖ ਤੇ ਲੱਖ ਰੁਪਏ ਦੇ ਔਰ ਉਹਦੇ 'ਚ ਭਾਈ ਸੰਤੋਖ ਸਿੰਘ ਹੈ, ਬਾਬਾ ਫਰੀਦ ਹੈ, ਹਰਿਆਣਾ ਗੌਰਵ ਦਾ ਅਵਾਰਡ ਹੈ। ਬਿਲਕੁਲ ਜੀ, ਬਿਲਕੁਲ। ਇਸ ਤਰ੍ਹਾਂ ਵੱਖ-ਵੱਖ ਇਨਾਮਾਂ ਦੇ ਨਾਲ ਅਸੀਂ ਆਪਣੇ ਜਿੰਨੇ ਰਾਈਟਰ ਨੇ ਸਾਡੇ ਹਰਿਆਣਾ ਦੇ ਉਹਨਾਂ ਨੂੰ ਨਵਾਜਦੇ ਆ ਰਹੇ ਹਾਂ। ਔਰ ਚੌਧਰੀ ਭੁਪਿੰਦਰ ਸਿੰਘ ਹੁੱਡਾ ਪੰਜਾਬੀ ਦੇ ਪ੍ਰਤੀ ਪੂਰੇ ਫਲੈਕਸੀਬਲ, ਬੜੇ ਲਚਕੀਲੇ ਔਰ ਸਾਨੂੰ ਬੜੀ ਹਲਾਸ਼ੇਰੀ ਦਿੰਦੇ ਨੇ। ਔਰ ਤੁਸੀਂ ਹੈਰਾਨ ਹੋਗੇ ਕਿ ਕਈ ਥਾਂ ਪੰਜਾਬੀ ਸੰਮੇਲਨਾਂ ਦੇ ਵਿੱਚ ਗਏ ਨੇ ਤੇ ਉਹ ਪੰਜਾਬੀ ਦੇ ਵਿੱਚ ਹੀ ਦੇਵਨਾਗਰੀ ਲਿਪੀ 'ਚ ਲਿਖ ਕੇ ਪੰਜਾਬੀ ਦੇ ਵਿੱਚ ਬੋਲਦੇ ਨੇ। ਬਿਲਕੁਲ। ਹਰਿਆਣਾ ਸੈਕਟਰ ਦੀ ਗੱਲ ਕਰੀਏ, ਉੱਥੇ ਹਿੰਦੀ, ਪੰਜਾਬੀ, ਇੰਗਲਿਸ਼ ਤਿੰਨਾਂ ਲੈਂਗੁਏਜ 'ਚ ਫੱਟੀਆਂ ਲਿਖੀਆਂ ਹੈਗੀਆਂ ਨੇ ਅਫਸਰਾਂ ਦੇ। ਉਹ ਵੀ ਤੁਹਾਨੂੰ ਹੈਰਾਨੀ ਹੋਏਗੀ ਕਿ ਇਹ ਜ਼ਿਕਰ ਸਾਡੀ ਇੱਕ ਮੀਟਿੰਗ ਹੋਈ ਸੀ 1.5 ਸਾਲ ਪਹਿਲੇ CM ਸਾਹਿਬ ਨਾਲ, ਜਿਹੜੀ ਸਾਡੀ ਐਗਜ਼ੈਕਟਿਵ ਬਾਡੀ ਦੀ ਹੁੰਦੀ ਹੈ, ਉਹ ਸਾਡੇ ਪ੍ਰਧਾਨ ਨੇ। ਤਾਂ ਮੈਂ ਉੱਥੇ ਖੜਾ ਹੋ ਕੇ ਕਿਹਾ ਕਿ ਆ ਦੇਖੋ ਬਾਹਰ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਤੇ ਅਕੈਡਮੀ ਚਾਹੁੰਦੀ ਹੈ, ਇਹਦੇ ਨਾਲ ਪੰਜਾਬੀ ਲੋਕਾਂ ਨੂੰ ਬੜਾ ਉਤਸ਼ਾਹ ਮਿਲੇਗਾ ਕਿ ਇਹਦੇ ਨਾਲ ਪੰਜਾਬੀ ਚੀਜ਼ ਵੀ ਨਾਂ ਲਿਖੇ ਜਾਣ। ਤੁਸੀਂ ਹੈਰਾਨ ਹੋਗੇ ਸਾਥ ਸਾਹਿਬ ਕਿ ਸੁਬਾਹ ਉੱਠਦੇ ਸਭ ਤੋਂ ਪਹਿਲੀ ਜਿਹੜੀ ਪਲੇਟ ਉਹ ਚੌਧਰੀ ਭੁਪਿੰਦਰ ਸਿੰਘ ਦੀ ਕੋਠੀ ਦੇ ਪੰਜਾਬੀ 'ਚ ਲੱਗੀ, ਉਸੇ ਦਿਨ ਹੀ ਉਹਨਾਂ ਦੇ ਆਪਣਾ ਆਫਿਸ ਦੇ ਵਿੱਚ ਲੱਗੀ। ਔਰ ਪਲੱਸ ਮੈਨੂੰ ਹੁਕਮ ਹੋਇਆ ਕਿ ਸਾਰਿਆਂ ਦੇ ਪਲੇਟਾਂ ਜਿੰਨੀਆਂ ਨੇ, ਕਿਉਂਕਿ ਸਪੈਲਿੰਗ ਵਾਲਾ ਕਈ ਵਾਰੀ ਮਸਲਾ ਹੋ ਜਾਂਦਾ, ਆਮ ਕਈ ਜਿਹੜੇ ਆਰਟਿਸਟ ਨੇ ਨਹੀਂ ਸਪੈਲਿੰਗ ਗਲਤ ਲਿਖ ਦਿੰਦੇ ਨੇ, ਉਹ ਮੇਰੇ ਕੋਲੋਂ ਲਿਖਵਾ ਕੇ ਲੈ ਗਏ। ਅੱਜ ਤੁਸੀਂ ਵੇਖ ਲਓ, ਨਾ ਕੇਵਲ ਸੈਕਟਰੀਏਟ ਬਲਕਿ ਬਹੁਤ ਸਾਰੇ ਹਰਿਆਣਾ ਦੇ ਹੈੱਡਕੁਆਰਟਰ ਦੇ ਉੱਪਰ ਵੀ ਜੀ, ਉੱਥੇ ਵੀ ਪੰਜਾਬੀ ਦੇ ਵਿੱਚ। ਹਰਿਆਣਾ ਦੀ ਗੱਲ ਕਰੀਏ, ਬੜੀ ਹਰਿਆਣਾ ਸਰਕਾਰ ਵੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤਾ ਨੂੰ ਲੈ ਕੇ ਕਾਫੀ ਕੁਝ ਕਰੀ ਹੈ, ਤੁਹਾਡੀ ਅਕੈਡਮੀ ਵੀ ਕਰੀ, ਹੋਰ ਅਕੈਡਮੀ ਕੀ ਕਰੀ? ਹਰਿਆਣਾ 'ਚ ਕਿੰਨੇ ਕੀ ਲੇਖਕ ਆ ਗਏ ਨੇ ਜਿਨ੍ਹਾਂ ਨੂੰ ਪੰਜਾਬੀ ਲਿਖਣ ਦਾ ਸ਼ੌਕ? ਸਭ ਤੋਂ ਵੱਡਾ ਤਾਂ ਅਕੈਡਮੀ ਦਾ ਇਸ ਲਈ ਕੰਮ ਜੋ ਸਾਡੇ ਜ਼ਿੰਮੇ ਸੌਂਪਿਆ ਗਿਆ, ਤੁਹਾਨੂੰ ਮੈਂ ਖੁਸ਼ੀ ਦੀ ਗੱਲ ਦੱਸਣਾ ਵਾ ਕਿ ਮੈਂ ਬੀਤੇ 1 ਸਾਲ ਤੋਂ ਨਾ ਕਾਲਜਿਸ ਤੇ ਸਕੂਲਾਂ ਦੇ ਵਿੱਚ ਜਾ ਰਿਹਾ ਹਰਿਆਣਾ ਦੇ, ਉੱਥੇ ਮੋਸਟਲੀ ਮਾਫੀ ਚਾਹਾਂਗਾ ਇੱਕ ਕਾਲਰ ਜੁੜੇ ਨੇ ਯੂਰਪ ਤੋਂ, ਆਪਾਂ ਸੁਣ ਲਈਏ ਉਹ ਕੀ ਕਹਿੰਦੇ ਹੈਗੇ ਨੇ। ਕੀ ਨਾਮ ਜੀ? ਤੇ ਯੂਰਪ ਤੋਂ ਤੁਸੀਂ ਬੋਲ ਰਹੇ ਜੇ, ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਜੀਤ ਸਿੰਘ ਭੱਟੀ ਹੈ ਜੀ। ਹਾਂਜੀ ਭੱਟੀ ਸਾਹਿਬ ਜੀ, ਆਏ ਨੂੰ ਜੀ। ਸਰ, ਜਦੋਂ ਪ੍ਰਧਾਨ ਸਾਹਿਬ ਉਹਨਾਂ ਨੇ ਗੱਲ ਕਹੀ ਆਪਣੇ ਮਾਪੇ ਦੀ, ਜਿੱਦਾਂ ਮਾਪੇ ਦੇ ਅੱਜ ਕੱਲ ਦੇ ਬੱਚੇ ਜਿਹੜੇ ਆ ਬਹੁਤ ਘੱਟ ਮਾਪੇ ਨੂੰ ਸਮਝਦੇ ਨੇ, ਔਰ ਵੇਖਿਆ ਜਾਵੇ ਤੇ ਇੱਕ ਮਾਪੇ ਜਿਹੜਾ ਆ 4-5 ਬੱਚਿਆਂ ਨੂੰ ਸਾਂਭ ਲੈਂਦਾ ਹੈ। ਬਿਲਕੁਲ ਜੀ। ਤੇ ਜਦੋਂ ਮਾਪੇ ਬਜ਼ੁਰਗ ਹੋ ਜਾਂਦਾ ਹੈ, ਉਸ ਵੇਲੇ ਇੱਕ ਬੱਚਾ ਵੀ ਨਹੀਂ ਉਹਨਾਂ ਨੂੰ ਸਾਂਭਣ ਲਈ ਅੱਗੇ ਆਉਂਦਾ। ਇਹ ਕਿਉਂ? ਇਦਾਂ ਦੇ ਕੁਝ ਮੈਸੇਜ ਜਾਂ ਕੁਛ ਉਹਦੀ ਇੱਕ ਵੀਡੀਓ ਬਣਾ ਕੇ, ਜਿੱਦਾਂ ਆਪਾਂ ਫਿਲਮਾਂ ਵੇਖਦੇ ਆ, ਇਦਾਂ ਦੀਆਂ ਕੋਈ ਚੀਜ਼ ਬੱਚੇ ਅੱਗੇ ਪਰੋਸਣੀਆਂ ਚਾਹੀਦੀਆਂ, ਜਿਹੜਾ ਉਹਨਾਂ ਦੇ ਮਾਂ ਪਿਓ ਦਾ, ਉਹਨਾਂ ਦੇ ਦਿਲ ਦੇ ਵਿੱਚ ਪਿਆਰ ਵਧੇ। ਬਿਲਕੁਲ ਜੀ।
ਭੱਟੀ ਸਾਹਿਬ ਤੁਸੀਂ ਭੱਟੀ ਸਾਹਿਬ ਅਸੀਂ ਤੁਹਾਡਾ ਸੁਝਾਅ ਸਿਰ ਮੱਥੇ ਸਮਝ ਵੀ ਲਿਆ, ਸੁਣ ਵੀ ਲਿਆ ਹੈਗਾ। ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ। ਭੰਡਾਰੀ ਸਾਹਿਬ ਉਹੀ ਗੱਲ ਕਰੇ ਕਿ ਕਦਰਾਂ ਕੀਮਤਾਂ ਘਟੀਆਂ ਕਿ ਜੇ ਇੱਕ ਮਾਂ ਪਿਓ 4 ਬੱਚੇ ਸਾਂਭ ਸਕਦਾ ਤੇ ਜਦੋਂ ਬਜ਼ੁਰਗ ਹੋਏ 4 ਬੱਚੇ ਰਲ ਕੇ ਮਾਂ ਪਿਓ ਨੂੰ ਨਹੀਂ ਸਾਂਭ ਸਕਦੇ। ਉਹ ਇੱਕ ਸ਼ੇਰ ਹੈ ਆਪਣੇ, ਤੁਸੀਂ ਵੀ ਜਾਣਦੇ ਹੋ, ਡਾਕਟਰ ਸਤੀਸ਼ ਕੁਮਾਰ ਵਰਮਾ ਦਾ ਕਵਿਤਾ ਹੈ, ਉਹਦੇ 'ਚੋਂ 2 ਪੰਕਤੀਆਂ ਮਾਂ ਬਾਰੇ ਮੈਂ ਜ਼ਰੂਰ ਇਹਨਾਂ ਨਾਲ ਸਾਂਝੀਆਂ ਕਰਨਾ ਚਾਹਾਂਗਾ ਕਿ ਨਿੱਕੇ ਹੁੰਦਿਆਂ ਲੜਦੇ ਸੀ, ਮਾਂ ਮੇਰੀ ਹੈ, ਮਾਂ ਮੇਰੀ ਹੈ, ਵੱਡੇ ਹੋਇਆਂ ਲੜਦੇ ਸੀ, ਮਾਂ ਤੇਰੀ ਹੈ, ਮਾਂ ਤੇਰੀ ਹੈ, ਤੇ ਮਾਂ ਚਲੀ ਗਈ ਤਾਂ ਰੋਂਦੇ ਹਾਂ, ਮਾਂ ਸਭ ਦੀ ਸੀ, ਮਾਂ ਸਭ ਦੀ ਸੀ। ਤੋ ਕਹਿਣ ਤੋਂ ਮੁਰਾਦ ਇਹ ਹੈ ਕਿ ਜੇਕਰ ਜਿਉਂਦਿਆਂ ਦੀ ਮਾਂ ਪਿਓ ਦੀ ਅਸੀਂ ਇੱਜ਼ਤ ਨਹੀਂ ਕਰਨੀ, ਉਹਨਾਂ ਨੂੰ ਆਪਣੀ ਦਿਲੀ ਮੁਹੱਬਤ ਨਹੀਂ ਦੇਣੀ, ਤਾਂ ਮਰਨ ਤੋਂ ਬਾਅਦ ਉਹਨਾਂ ਦੇ ਅਸੀਂ ਬੇਸ਼ੱਕ ਮਜ਼ਾਰਾਂ ਵੀ ਬਣਾ ਲਈਏ, ਉਹ ਕਿਸ ਕੰਮ ਨੇ। ਉਹ ਮਾਪੇ ਦਾ ਘਰ ਦਾ ਕੁੰਡਾ ਹੁੰਦੇ ਨੇ ਬੱਚਿਆਂ ਦਾ, ਤੇ ਜੇ ਕੁੰਡਾ ਹੀ ਟੁਰ ਗਿਆ, ਤੁਸੀਂ ਕੁੰਡੇ ਦੀ ਉਹਨਾਂ ਨੂੰ ਸਹਿਯੋਗ ਹੀ ਨਾ ਦਿੱਤਾ, ਤਾਂ ਮਾਪੇ ਤੁਹਾਡੇ ਲਈ ਕਿੱਦਾਂ ਮਾਪੇ ਬਣਦੇ। ਅੱਛਾ ਭੰਡਾਰੀ ਸਾਹਿਬ, ਤੁਸੀਂ ਖੁਆਇਸ਼ ਜ਼ਾਹਿਰ ਕੀਤੀ ਹੈਗੀ ਸੀ ਕਿ ਮੈਂ ਇੱਕ ਸਰਾਇਕੀ ਜਿਹੜੀ ਲਹਿੰਦੀ ਭਾਸ਼ਾ 'ਚ ਇੱਕ ਕਵਿਤਾ ਲਿਖੀ ਗਈ। ਸਾਡੇ ਕੋਲ ਸਮਾਂ ਘੱਟ, 1 ਮਿੰਟ ਰਹਿ ਗਿਆ, ਤੁਸੀਂ ਸਾਂਝੇ ਕਰ ਸਕਦੇ ਜੀ ਆਪਣੇ ਬੋਲ ਜੀ। ਮੈਂ ਇੰਨਾ ਹੀ ਕਹਿਣਾ ਵਾ ਕਿ ਮੈਂ ਹਿੰਦੀ, ਪੰਜਾਬੀ ਔਰ ਨਾਲ ਇਹ ਸਰਾਇਕੀ, ਕਿਉਂਕਿ ਸਰਾਇਕੀ ਭਾਸ਼ਾ ਬਾਬਾ ਫਰੀਦ ਦੀ ਜਿਹੜੀ ਕਿ ਸਾਡੀ ਗੁਰਬਾਣੀ ਵਿੱਚ ਵੀ ਸ਼ਾਮਲ ਹੈ, ਉਹ ਲੁਪਤ ਹੁੰਦੀ ਜਾ ਰਹੀ, ਗੁੰਮ ਹੁੰਦੀ ਜਾ ਰਹੀ ਹੈ। ਬਿਲਕੁਲ। ਜਿਹੜੇ ਲਹਿੰਦੀ ਭਾਸ਼ਾ ਤੋਂ ਲੋਕ ਆਏ ਨੇ ਉਸ ਪਾਸੋਂ ਮੁਲਤਾਨ ਵੱਲੋਂ, ਉਹਨਾਂ ਦਾ ਕੀ ਹੈ ਕਿ ਉਹ, ਮੈਂ ਚਲੋ ਭਾਸ਼ਾ ਦਾ ਨਾਂ ਨਹੀਂ ਲੈਣਾ, ਉਹ ਆਪਣੀ ਭਾਸ਼ਾ ਨੂੰ ਭੁੱਲਦੇ ਜਾ ਰਹੇ ਨੇ। ਉਹਨਾਂ ਦੇ ਬੱਚੇ ਹਿੰਦੀ ਜ਼ਿਆਦਾ ਬੋਲਦੇ ਨੇ, ਆਪਣੀ ਮਾਂ ਹਿੰਦੀ ਬੋਲਣ ਲੇਕਿਨ ਆਪਣੀ ਮਾਂ ਬੋਲੀ ਨਾ ਬੋਲਣ। ਤਾਂ ਮੈਂ ਉਸ ਨੂੰ ਜੀਵੰਤ ਕਰਨ ਲਈ ਇਸ ਮੈਗਜ਼ੀਨ ਦੇ ਵਿੱਚ ਵੀ ਆਏ ਵਾਰੀ 5-7 ਸਫ਼ੇ ਦੇਣਾ ਸਰਾਇਕੀ ਦਾ ਰੰਗ ਜਿਹੜਾ ਹੈ, ਔਰ ਦੂਜਾ ਮੈਂ ਨਾਟਕ, ਕਹਾਣੀ ਔਰ ਕਵਿਤਾ ਵੀ। ਉਹਦੇ 'ਚ ਇੱਕ ਗੀਤ ਦੇ ਕੁਝ 4-5 ਪੰਕਤੀਆਂ ਮੈਂ ਤੁਹਾਡੀ ਨਜ਼ਰ ਕਰ ਦਿੰਦਾ ਵਾਂ। ਉਹ ਗੀਤ ਹੈ ਕਿ ਆਵੇ ਢੋਲਾ ਆ, ਆਵੇ ਢੋਲਾ ਆ, ਤੈਨੂੰ ਹਾਲ ਸੁਣਾਵਾਂ ਦਿਲ ਦਾ, ਤੇ ਕਈ ਪੀੜ ਤੁਹੀਂ ਕੋ ਦਿੱਤੀ ਏ, ਜਿਹੜਾ ਕਦੇ ਵੀ ਹੁਣ ਨਹੀਂ ਖਿਲਦਾ। ਆਵੇ ਢੋਲਾ ਆ, ਅਸਾਂ ਵੱਲ ਵੱਲ ਪੁੱਛਿਆ ਹੀ ਕੋਲੋਂ, ਉਹ ਦੱਸ ਤੈਨੂੰ ਕੀ ਹੋਇਆ। ਅਸਾਂ ਵੱਲ ਵੱਲ ਪੁੱਛਿਆ ਹੀ ਕੋਲੋਂ, ਦੱਸ ਤੈਨੂੰ ਕੀ ਹੋਇਆ। ਉਹ ਜਿਹੜਾ ਪੱਥਰ ਦਾ ਜਿਗਰਾ ਹੈ, ਅੱਜ ਲੁਕ ਲੁਕ ਕਿਉਂ ਹੈ ਰੋਇਆ। ਤੋ ਢਾਈਆਂ ਮਾਰ ਅਖੀਂਦਾ, ਉਹ ਮੇਰਾ ਯਾਰ ਨਹੀਂ ਮੇਰੇ ਕੋ ਮਿਲਦਾ। ਵਾਹ। ਉਹ ਢਾਈਆਂ ਮਾਰ ਅਖੀਂਦਾ, ਮੇਰਾ ਯਾਰ ਨਹੀਂ ਮੇਰੇ ਕੋ ਮਿਲਦਾ। ਆਵੇ ਢੋਲਾ ਆ, ਆਵੇ ਢੋਲਾ ਆ, ਤੇ ਹਾਲ ਸੁਣਾਵਾਂ ਦਿਲ ਦਾ। ਤੋ ਆਖਰੀ ਹੈ ਭੰਡਾਰੀ ਸਾਹਿਬ, ਮਾਫੀ ਚਾਹਾਂਗੇ, ਕਿਤੇ ਮੌਕਾ ਮਿਲਿਆ ਫੇਰ ਗਾਵਾਂਗੇ, ਸਮਾਂ ਆਗਿਆ ਨਹੀਂ ਦਿੰਦਾ। ਤੁਸੀਂ ਸਾਡੇ ਸਟੂਡੀਓ 'ਚ, ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ। ਬਹੁਤ ਬਹੁਤ ਮਿਹਰਬਾਨੀ। ਹਰਿਆਣਾ ਵਿੱਚ ਇਸ ਤਰ੍ਹਾਂ ਹੀ ਪੰਜਾਬੀ ਦੀ ਪ੍ਰਫੁੱਲਤਾ ਲਈ ਕੰਮ ਕਰਦੇ ਰਹੋ, ਤੇ ਸਾਨੂੰ ਤੁਹਾਡੇ ਤੇ ਪੂਰਾ ਮਾਣ ਆਏਗਾ। ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ। ਸਾਹਿਤ ਦੀ ਕੋਈ ਜਾਤ ਪਾਤ, ਧਰਮ ਅਤੇ ਕੋਈ ਵਖਰੇਵਾਂ ਵੀ ਨਹੀਂ ਹੁੰਦਾ। ਸਾਹਿਤ ਸਮਾਜ ਨੂੰ ਹਮੇਸ਼ਾ ਹੀ ਜੋੜਦਾ। ਦੇਸ਼ ਭਰ ਵਿੱਚ ਸਾਹਿਤ ਬਹੁਤ ਲਿਖਿਆ ਜਾ ਰਿਹਾ। ਚੰਗੇ ਸਾਹਿਤ ਦੀ ਕਦਰ ਕਰਨੀ ਵੀ ਬਣਦੀ ਹੈ। ਸਾਡੇ ਸਾਰਿਆਂ ਦੀ ਸਾਹਿਤਕਾਰਾਂ ਕੋਲੋਂ ਵੀ ਚੰਗੇ ਸਾਹਿਤ ਦੀ ਆਸ ਕਰਨੀ ਵੀ ਬਣਦੀ ਹੈ। ਫਿਲਹਾਲ ਜਾਗੋ ਪੰਜਾਬ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਇੱਕ ਨਵੇਂ ਮੁੱਦੇ ਤੇ ਨਵੀਂ ਹਸਤੀ ਨਾਲ ਫਿਰ ਮਿਲਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਹਮੇਸ਼ਾ ਹੱਸਦੇ ਰਹੋ, ਵਸਦੇ ਰਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।